फटियां दी जिहड़ी गो मिस्त्री बनाते ने जिहदे उत्ते खलो के काम करते ने उहदे उत्ते बाला टुटा ये थल्ले डिग पे तावल लाई दा पैसे इकट्ठे लियाई दे किराया दे अड्डी दा। ते बच्चे किन्ने ने तुहाडे? एक बेटा जे दो बेटियां ने। जिस तरह के पिछले एक अरसे तो ये मजदूरी कर रहे ने और इन्हां दे वालां 'च जिहड़ी ओह चांदी उतर आई है, इन्हां दे बाल सफेद हो गए ने, मुछां सफेद हो गई। इधरों दे जांदा कोई भैन भरा दे दिंदे। मैं भैन भरा कोल रह के आया 20 दिन। बिस्मिल्लाहिर्रहमानिर्रहीम। नाज़रीन तुहाडी खिदमत 'च हाज़र है तुहाडा होस्ट बाबर बेग और तुसीं वेख रहे हो अपना ABH टीवी। नाज़रीन अज असीं मौजूद हां जी गुजरांवाला और गुजरांवाला साडे नाल ने मोहम्मद रियाज साहब और रियाज साहब जिहड़े ने मिस्त्रियां दे पिछे मजदूरां दा काम करदे ने और ये रियाज साहब जिहड़े ने अपनी फैमिली दे खुद कफील ने और गो तो डिग पे ने फटियां दी जिहड़ी गो मिस्त्री बनाते ने जिहदे उत्ते खलो के काम करते ने ਉਹਦੇ ਤੇ ਬਾਲਾ ਟੁੱਟਾ ਇਹ ਥੱਲੇ ਡਿੱਗ ਪਏ। ਉਹ ਥੱਲੇ ਡਿੱਗਣ ਦੀ ਵਜ੍ਹਾ ਤੋਂ ਕਾਫੀ ਸਾਰੀਆਂ ਇਹਨਾਂ ਨੂੰ ਸੱਟਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ ਔਰ ਕੰਮ ਕਰਨਾ ਤੇ ਕੁਝ ਫਿਲਹਾਲ ਤੇ ਇਹਨਾਂ ਦੀ ਮੂਵਮੈਂਟ ਜਿਹੜੀ ਕਰਨੀ ਹੈ ਉਹ ਵੀ ਮੁਸ਼ਕਲ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਦੀਆਂ ਜਿਹੜੀਆਂ ਪੈਰਾਂ ਦੀਆਂ ਅੱਡੀਆਂ ਨੇ, ਪੈਰਾਂ ਦੀਆਂ ਤਲੀਆਂ ਨੇ, ਉਹਨਾਂ ਨੂੰ ਨੁਕਸਾਨ ਪਹੁੰਚਿਆ। ਸੋ ਇਹ ਵੀ ਕਿ ਅਸਾਂ ਕਿ टाइम लगना तो काम नहीं होना तुहाडे कोल, मजदूरी का काम नहीं होना। हाँ जी ये दसो कि की डॉक्टर कहते हैं कि तुसी ठीक हो के मुस्तकिल तौर ते काम नहीं कर सकोगे? उन्हें आख्या कि ठीक हो के काम नहीं है तुहाडे कोल होना, मिस्त्री मजदूरी वाला नहीं होना, तुसीं जिहड़ा जेड़ी वाला जां फेरी दा काम ये कर सकदे, भारा काम नहीं होना तुहाडे कोल। हाँ जी ਤੇ ਕਿੰਨੀ ਦਿਹਾੜੀ ਲੈਂਦੇ ਸੋ ਮਿਸਤਰੀਆਂ ਦੇ ਪਿੱਛੇ? ਮਿਸਤਰੀਆਂ ਮਗਰ ਲੱਗਦੇ ਕਈ ਦਿੰਦੇ 900 ਦਿੰਦੇ, ਕੋਈ 1000 ਦਿੰਦਾ ਸੀ ਕਿ ਵਾਧਾ ਘਾਟਾ ਵੀ ਕਰ ਲਈਦਾ, 800 ਦੇ ਜਾਂਦੇ ਹਨ, ਇਹ ਹਿਸਾਬ ਹੁੰਦਾ ਹੈ। ਤੇ ਜਿਹੜਾ ਲਿਆਈਦਾ ਸੀ ਉਹ ਨਾਲ ਨਾਲ ਖਰਚ ਹੋ ਜਾਂਦਾ ਸੀ। ਫਿਰ ਜੁਮੇ ਦੀ ਛੁੱਟੀ ਕਰੀਦੀ ਹਜੇ ਤੇ ਜਦੋਂ ਸਮਝਿਆ ਨਾ ਕੋਈ ਪੈਸੇ ਕਿਰਾਇਆ ਸਿਰ ਤੇ ਆਇਆ ਉਦੋਂ ਹਫਤਾ ਲਾਈਦਾ, ਉਹ ਪੈਸੇ ਇਕੱਠੇ ਲਿਆਈਦੇ ਉਹ ਕਿਰਾਇਆ ਦੇ ਅੱਡੀ ਦਾ। ਤੇ ਬੱਚੇ ਕਿੰਨੇ ਨੇ ਤੁਹਾਡੇ? ਇੱਕ ਬੇਟਾ ਤੇ ਦੋ ਬੇਟੀਆਂ ਨੇ ਤੇ ਦੋ ਜੀ ਆਪ ਆ। ਬੱਚੇ ਤੁਹਾਡੇ ਪੜ੍ਹਦੇ ਨੇ? ਬੱਚੀਆਂ ਦੋ ਪੜ੍ਹਦੀਆਂ ਨੇ, ਬੱਚਾ ਜਾ ਸਕਦਾ ਹੈ ਮੋਟਰਸਾਈਕਲਾਂ ਤੇ ਆਪਣੇ ਮਾਮੂ ਕੋਲ ਨਿਸ਼ਾਰ ਰੋਡ ਤੇ। ਬੱਚੇ ਨੂੰ ਪੜ੍ਹਾਇਆ ਕਿਉਂ ਨਹੀਂ? ਇੱਥੇ ਮੁੰਡੇ ਦੋ ਆਏ ਹਨ, ਉਹ ਫੇਰੀ ਕਰਦੇ ਹਨ ਰੇਹੜੀ ਦੇ ਉੱਤੇ ਤੇ ਉਹ ਉਹਨਾਂ ਦੇ ਨਾਲ ਟੁਰ ਜਾਂਦਾ ਸੀ ਸਾਰੀ ਦਿਹਾੜੀ। ਸੁਬਾਹ 8 ਵਜੇ ਜਾਂਦਾ ਸੀ, ਸ਼ਾਮ ਨੂੰ ਇਸ ਵੇਲੇ ਆਉਂਦਾ ਸੀ 5 ਵਜੇ ਤੇ ਉਹ ਨਹੀਂ ਪੜ੍ਹਦਾ। ਉਹਨੂੰ ਫਿਰ ਆਹ ਕੰਮ ਤੇ ਪਾ ਦਿੱਤਾ ਮੋਟਰਸਾਈਕਲ ਕੰਮ ਤੇ। ਉਹਦਾ ਮਾਮਾ ਵੀ ਆਂਦਾ, ਮਾਸੀ ਉਹਦੀ ਵੀ ਆਂਦੀ ਇਹਨੂੰ ਕੰਮ ਤੇ ਪਾ ਦਿਓ, ਇਹਨੇ ਪੜ੍ਹਨਾ ਨਹੀਂ ਆ। ਸਾਰੀ ਦਿਹਾੜੀ 67 ਦਾ ਮੈਂ ਵੀ ਕੰਮ ਤੇ ਹੁੰਦਾ ਹਜੇ, ਮਾਂ ਇਹਦੀ ਫਿਰ ਮਗਰ ਮਗਰ ਤੇ ਉਹ ਅੱਗੇ ਅੱਗੇ ਹੁੰਦਾ ਹਜੇ ਤੇ ਉਹਨੂੰ ਲੱਭਦੇ ਰਹੀਦਾ ਸੀ ਤੇ ਉਹਨਾਂ ਨੂੰ ਪੁੱਛੀਦਾ ਸੀ। ਇਹ ਉੱਥੇ ਪਿੱਛੇ ਝੁੱਗੀਆਂ ਦੇ ਲਾਹ ਹੁੰਦੇ ਹਨ ਇਸ ਵੇਲੇ ਤੇ ਆਪ ਘਰ ਆ ਜਾਂਦੇ ਖੋਤਾ ਰੇੜੀ ਲੈ ਕੇ ਤੇ ਉਹਨੂੰ ਉੱਥੇ ਲਾਹ ਹੁੰਦੇ ਫਿਰ ਘਰ ਆਉਂਦਾ ਸੀ। ਉਹਨੂੰ ਪੁੱਛੀਦਾ ਸੀ ਤੇ ਉਹ ਆਂਦਾ ਸੀ ਕਿ ਮੈਂ ਖੇਡਣ ਗਏ ਆ, ਕ੍ਰਿਕਟ ਖੇਡਣ ਗਏ ਆ, ਕਦੀ ਕੁਛ ਕਹਿੰਦਾ ਸੀ ਕਦੀ ਕੁਛ ਕਹਿੰਦਾ ਸੀ। ਉਹਨੂੰ ਮੇਰਾ ਕੰਮ ਤੇ ਪਾ ਦਿੱਤਾ। ਚਲੋ ਬੱਚਿਆਂ ਦਾ ਫਿਰ ਉਹ ਅਗਰ ਉਹ ਜ਼ਿੰਮੇਦਾਰ ਹੋਵੇ, ਵੱਡਾ ਹੋਵੇ ਤੇ ਫਿਰ ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ। ਤੇ ਹੁਣ ਤੁਸੀਂ ਜੀ ਬੱਚਾ ਨਹੀਂ ਸਮਝਿਆ ਜੇ ਤੇ ਹੁਣ ਥੋੜਾ ਬਾਅਦ ਸਮਝਦਾ, ਥੋੜੀ ਬਹੁਤੀ ਗੱਲ ਸਮਝਦਾ ਮੇਰੇ ਸੱਟ ਲੱਗਣ ਨਾ, ਨਹੀਂ ਤੇ ਮੈਂ ਵੀ ਉਹਨੂੰ ਲਾਡ ਰਾਈ ਰੱਖਿਆ ਸੀ। ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਸਮਝ ਜਾਏਗਾ ਆਪੇ। ਉਹ ਆਖ ਲਗਾ ਮੈਨੂੰ ਹੁਣ ਕੰਮ ਤੇ ਪਾ ਦਿਓ। ਹੁਣ ਆਂਦਾ ਮੈਨੂੰ ਕੰਮ ਤੇ ਨਾ ਪਾਓ, ਜਾਂ ਪੜ੍ਹਾ ਲਓ ਜਾਂ ਕੰਮ ਕਰਾ ਲਵੋ। ਤੇ ਫਿਰ ਨਹੀਂ ਉਹ ਆਖ ਲਗਾ ਮੈਂ ਹੁਣ ਕੰਮ ਹੀ ਸਿੱਖਣਾ। ਹਾਂਜੀ ਤੇ ਕਿੰਨੀ ਦੇਰ ਤੋਂ ਤੁਸੀਂ ਮਜ਼ਦੂਰੀ ਕਰ ਰਹੇ ਹੋ? ਪਿਛਲੇ ਕਿੰਨੇ ਸਾਲਾਂ ਤੋਂ? ਮਜ਼ਦੂਰੀ ਦੇ ਕਾਫੀ ਚਿਰ ਤੋਂ ਕਰ ਰਿਹਾ। ਰਾਜ ਕਿਉਂ ਨਹੀਂ ਬਣੇ ਤੁਸੀਂ? ਮਿਸਤਰੀ ਕਿਉਂ ਨਹੀਂ ਬਣੇ? ਨਹੀਂ ਮਿਸਤਰੀਆਂ ਜਾਜ ਨਹੀਂ ਹੁੰਦਾ, ਜੋ ਜਿੱਥੇ ਦੋ ਬੰਦੇ ਲਾਉਂਦੇ ਹਨ ਉੱਥੇ ਇੱਕ ਬੰਦਾ ਲਾ ਹਟਦੇ ਹਨ ਤੇ ਉਹ ਜਾਜ ਤਾਂ ਨਹੀਂ ਸਿੱਖੀ ਜੀ। ਉਹ ਆਂਦੇ ਹਨ ਹੁਣ ਦੋ ਮਿਸਤਰੀ ਲੱਗੇ ਤੇ ਚਾਰ ਮਜ਼ਦੂਰ ਹੁੰਦੇ ਜੇ ਤੇ ਉਹ ਦੋ ਮਜ਼ਦੂਰ ਲਾ ਹਟਦੇ ਤੇ ਦੋ ਮਿਸਤਰੀ ਲਾ ਹਟਦੇ। ਇੱਕ ਮਸਾਲਾ ਬਣਾਉਣ ਤੇ ਇੱਕ ਇੱਟਾਂ ਬਣਾਉਣ ਤੇ
ਇਹ ਹਿਸਾਬ ਹੁੰਦਾ ਹੈ। ਤੇ ਜਦੋਂ ਗੋਦ ਕੰਮ ਹੁੰਦਾ ਹੈ ਉਦੋਂ ਫਿਰ 3 ਲਾ ਲੈਂਦੇ ਹਨ। ਇਹ ਹਿਸਾਬ ਕਰਦੇ ਹਨ। ਨਾਜ਼ਰੀਨ, ਕੀ ਕੁਛ ਇਨਸਾਨ ਨੂੰ ਗੁਰਬਤ ਮਾਰਦੀ ਹੈ, ਕੁਛ ਹਾਲਾਤ ਮਾਰਦੇ ਨੇ, ਕੁਛ ਫਿਰ ਇਸ ਤਰ੍ਹਾਂ ਦੇ ਸਾਨੂੰ ਜਿਹੜੇ ਸਾਡੇ ਮਿਹਰਬਾਨ ਸਾਡੀ ਜ਼ਿੰਦਗੀ 'ਚ ਮਿਲਦੇ ਨੇ। ਜਿਸ ਤਰ੍ਹਾਂ ਕਿ ਪਿਛਲੇ ਇੱਕ ਅਰਸੇ ਤੋਂ ਇਹ ਮਜ਼ਦੂਰੀ ਕਰ ਰਹੇ ਨੇ ਔਰ ਇਹਨਾਂ ਦੇ ਵਾਲਾਂ 'ਚ ਜਿਹੜੀ ਉਹ ਚਾਂਦੀ ਉਤਰ ਆਈ ਹੈ। ਇਹਨਾਂ ਦੇ ਵਾਲ ਸਫੇਦ ਹੋ ਗਏ ਨੇ, ਮੁੱਛਾਂ ਸਫੇਦ ਹੋ ਗਈਆਂ ਨੇ ਔਰ ਮੁਸਲਸਲ ਅੱਜ ਵੀ ਮਜ਼ਦੂਰੀ ਹੀ ਕਰ ਰਹੇ ਨੇ। ਤੇ ਉਹ ਕੰਮ ਨਾ ਸਿੱਖਣ ਦਾ ਜਿਹੜਾ ਰੀਜ਼ਨ ਹੈ ਉਹ ਇਹੀ ਹੈ ਕਿ ਮਤਲਬ ਇੰਨੀ ਸਪੇਸ ਹੀ ਉਹਨਾਂ ਦੀ ਜ਼ਿੰਦਗੀ 'ਚ ਕਿਸੇ ਨੇ ਬਣੇ ਨਹੀਂ ਦਿੱਤੀ ਕਿ ਉਹ ਕੰਮ ਸਿੱਖ ਲੈਂਦੇ। ਯਾਨੀ ਕਿ ਉਹ ਕਹਿੰਦੇ ਨੇ ਕਿ ਸਪੀਡ ਦੌੜਾ ਕੇ ਹੀ ਇੰਨਾ ਕੁ ਰੱਖਦੇ ਨੇ ਕਿ ਮਤਲਬ ਕਿਉਂਕਿ ਉਹਦੇ ਵਾਸਤੇ ਮੌਕਾ ਨਹੀਂ ਬਣਦਾ ਤੇ ਸੋ ਅਸੀਂ ਉਹ ਮਜ਼ਦੂਰੀ ਕਰਦੇ ਜਾ ਰਹੇ ਹਾਂ। ਲੇਕਿਨ ਮੈਂ ਜਿਹੜੇ ਸਾਡੇ ਮਿਸਤਰੀ ਭਰਾ ਨੇ ਉਹਨਾਂ ਨੂੰ ਇਹ ਕਹਾਂਗਾ, ਵੈਸੇ ਤੇ ਮੈਂ ਦੇਖ ਰਿਹਾ ਜੀ ਜਿਸ ਤਰ੍ਹਾਂ ਸਾਡੀ ਸਿਆਸਤ ਤੇ ਮਤਲਬ ਕਬਜ਼ਾ ਨਾ ਜੀ ਇਹ ਮੁਲਕ ਦੇ ਵਿੱਚ, ਮੈਂ ਮਿਸਤਰੀਆਂ ਦੀ ਵੀ ਇੱਕ ਖੇਪ ਦੇਖ ਰਿਹਾ, ਨਸਲ ਦਰ ਨਸਲ ਹੀ। ਮਤਲਬ ਮਿਸਤਰੀ ਦਾ ਬੇਟਾ ਮਿਸਤਰੀ ਹੋ ਰਿਹਾ, ਸੱਜਿਓਂ ਖੱਬਿਓਂ ਮੁਸ਼ਕਲ ਨਾਲ ਹੀ ਮਿਸਤਰੀ ਹੁੰਦਾ ਹੈ। ਉਹ ਇਹ ਹੈ ਕਿ ਕਿਸੇ ਦਾ ਕੰਮ ਕੁਮ ਖਰਾਬ ਕਰਕੇ ਤੇ ਮਿਸਤਰੀ ਬਣ ਜਾਵੇ, ਵਰਨਾ ਮਿਸਤਰੀ ਨਹੀਂ ਬਣ, ਨਵਾਂ ਮਿਸਤਰੀ ਪੈਦਾ ਨਹੀਂ ਹੋਣ ਦਿੰਦਾ, ਉਹ ਘਰੋਂ ਹੀ ਜੰਮਦਾ ਉਹਦੇ। ਲੇਕਿਨ ਇਹ ਅੱਛਾ ਨਹੀਂ, ਖਲੋਤਾ ਪਾਣੀ ਜਿਹੜਾ ਹੈ ਉਹ ਵੀ ਗੰਦਾ ਹੋ ਜਾਂਦਾ ਹੈ। ਸੋ ਇਹ ਵੇ ਕਿ ਸਾਨੂੰ ਚਾਹੀਦਾ ਹੈ ਕਿ ਸਾਡੇ ਕੋਲ ਅਗਰ ਇਲਮ ਹੈ ਅਸੀਂ ਉਹਨੂੰ ਛੁਪਾਈਏ ਨਾ, ਅਸੀਂ ਲੋਕਾਂ ਤੱਕ ਉਹਨੂੰ ਪਹੁੰਚਾਈਏ। ਜਿਸ ਤਰ੍ਹਾਂ ਕਿ ਸਾਡੇ ਬਹੁਤ ਸਾਰੇ ਪੁਰਾਣੇ ਵਕਤ ਦੇ ਮੌਲਜ, ਸਾਡੇ ਹਕੀਮ, ਸਾਡੇ ਦਨਾ ਜਿਹੜੇ ਲੋਕ ਸਨ, ਉਹਨਾਂ ਕੋਲ ਬੜਾ ਨੌਲੇਜ ਸੀ, ਬੜਾ ਇਲਮ ਸੀ। ਇਹ ਗੋਰੇ ਕੋਲ ਬਾਅਦ ਚ ਪਹੁੰਚਿਆ, ਲੇਕਿਨ ਉਹਨਾਂ ਉਦੋਂ ਛੁਪਾ ਕੇ ਰੱਖਿਆ। ਔਰ ਉਦੋਂ ਇੱਕ ਰੀਤ ਹੁੰਦੀ ਸੀ, ਮੈਂ ਜਿਹੜੀ ਹਿਸਟਰੀ ਪੜ੍ਹੀ ਹੈ ਉਹ ਰੀਤ ਇਹੀ ਹੁੰਦੀ ਸੀ ਕਿ ਬਈ ਜਿਹੜਾ ਬੰਦਾ ਮਰੇਗਾ ਉਹ ਮਰਦਿਆਂ ਆਪਣੀ ਔਲਾਦ ਨੂੰ ਆਪਣਾ ਇਲਮ ਜਿਹੜਾ ਉਹ ਟ੍ਰਾਂਸਫਰ ਕਰਕੇ ਜਾਏਗਾ। ਯਾਨੀ ਕਿ ਚੰਦ ਨੁਕਸੇ ਸਨ, ਨੁਕਸਾ ਜਾਤ ਸਨ, ਲੇਕਿਨ ਉਹ ਟ੍ਰਾਂਸਫਰ ਕਰਨ ਵਾਸਤੇ ਉਹ ਮੌਤ ਦੀ ਸ਼ਰਤ ਜਿਹੜੀ ਹੈ ਕਿ ਬਾਬੇ ਹੋਰੀ ਫੌਤ ਹੋਣਗੇ ਤੇ ਆਪਣੀ ਔਲਾਦ ਨੂੰ ਦੇਣਗੇ। ਔਰ ਉਹ ਸ਼ਾਗਿਰਦਾਂ ਨੂੰ ਇਹ ਨੁਕਸੇ ਨਹੀਂ ਸਨ ਦਿੰਦੇ ਔਰ ਇਸ ਇਲਮ ਨੂੰ ਉਹਨਾਂ ਨੇ ਛੁਪਾ ਕੇ ਰੱਖਿਆ। ਹਾਲਾਂਕਿ ਰਿਜ਼ਕ ਮਿਨ ਜਾਨਬ ਜਿਹੜਾ ਅੱਲਾ ਹੁੰਦਾ ਹੈ ਔਰ ਅੱਲਾਹ ਤਾਲਾ ਤੁਹਾਨੂੰ ਰਿਜ਼ਕ ਦਿੰਦਾ ਹੈ, ਉਹੀ ਰਾਜ਼ਕ ਹੈ, ਉਹੀ ਮਾਲਕ ਹੈ, ਉਹੀ ਖਾਲਕ ਹੈ, ਇਸ ਜ਼ਿਲਤ ਦਾ ਮਾਲਕ ਹੈ, ਜ਼ਿੰਦਗੀ ਮੌਤ ਦਾ ਮਾਲਕ ਹੈ। ਲੇਕਿਨ ਅਸੀਂ ਚੁੱਕੇ ਜ਼ਾਤੀ ਤੌਰ ਤੇ ਵੀ ਅਸੀਂ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਸਮਝਦਾਰ ਲੋਕ ਹਾਂ। ਸੋ ਸਾਡੀ ਇੱਕ ਆਪਣੀ ਵੀ ਪਲੈਨਿੰਗ ਹੈ, ਆਪਣੀ ਵੀ ਇੱਕ ਤਰੀਕਾਕਾਰ ਹੈ, ਲੇਕਿਨ ਤਰੀਕਾ ਉਹ ਹੀ ਬਿਹਤਰ ਹੈ ਜਿਹਦੇ ਚ ਮਾਲਕ ਦੀ ਰਜ਼ਾ ਹੈ। ਅੱਛਾ ਜੀ, ਤੇ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਮੰਜੀ ਤੇ ਲੰਮਿਆਂ ਪਿਆ? ਮਹੀਨਾ ਹੋ ਗਿਆ ਜੀ, ਠੀਕ। 1 ਮਹੀਨਾ ਹੋ ਗਿਆ। ਤੇ ਕਿਸ ਤਰ੍ਹਾਂ ਹੁਣ ਤੁਹਾਡਾ ਨਿਜ਼ਾਮ ਚੱਲ ਰਿਹਾ? ਅੱਗੇ ਤੇ ਤੁਸੀਂ ਰੋਜ਼ਾਨਾ ਕਮਾਉਂਦੇ ਸੋ, ਲੈਂਦੇ ਸੋ, ਤੇ ਹੁਣ ਕਿਸ ਤਰ੍ਹਾਂ ਨਿਜ਼ਾਮ ਚਲਾ ਰਹੇ ਹੋ? ਬਸ ਵੇਖ ਲਓ, ਕੋਈ ਇੱਧਰੋਂ ਦੇ ਜਾਂਦਾ, ਕੋਈ ਭੈਣ ਭਰਾ ਦੇ ਦਿੰਦੇ। ਮੈਂ ਭੈਣ ਭਰਾ ਕੋਲ ਰਹਿ ਕੇ ਆਇਆ ਜੀ 20 ਕੁ ਦਿਨ, ਭਰਾਵਾਂ ਨੇ ਸਾਂਭਿਆ ਉੱਥੇ। ਹੁਣ ਇੱਥੇ ਆਇਆ ਜੀ, ਇੱਥੇ ਭਨੂਜਾ ਸਾਡਾ ਬਲਾ ਰੋਡ ਤੇ, ਉਹਨਾਂ ਰੱਖਿਆ 2-3 ਦਿਨ। ਉਧਰੋਂ ਅਸੀਂ ਧੱਕੇ ਨਾਲ ਆਏ ਆ, ਇੱਧਰ ਅਸੀਂ ਆਖਿਆ ਚਲੋ ਆਪਣੇ ਘਰ ਚੱਲਦੇ ਆ। ਹਾਂਜੀ। ਤੇ ਕਿਰਾਇਆ ਕਿੰਨਾ ਤੁਹਾਡੇ ਮਕਾਨ ਦਾ? 5000 ਰੁਪਏ। ਬਿੱਲ ਵੀ ਆ ਜਾਂਦਾ 2000-2500 ਬਿੱਲ ਵੀ ਆ ਜਾਂਦਾ। 2-3000 ਰੁਪਇਆ ਬਿੱਲ ਆ ਜਾਂਦਾ ਜੀ ਮਹੀਨੇ ਦਾ ਦੂ ਕਰਾਉਣ। ਨਾਜ਼ਰੀਨ, ਅੱਲਾਹ ਰੱਬੁਲ ਇੱਜ਼ਤ ਨੇ ਦਰਦੇ ਦਿਲ ਦੇ ਵਾਸਤੇ ਪੈਦਾ ਕੀਤਾ ਇਨਸਾਨ ਨੂੰ, ਤੇ ਇੱਕ ਦੂਸਰੇ ਦਾ ਅਹਿਸਾਸ, ਇੱਕ ਦੂਸਰੇ ਦੀਆਂ ਮੁਹੱਬਤਾਂ। ਸੋ ਇਹ ਸਿਲਸਿਲਾ ਲੈ ਕੇ ਚੱਲਿਆ ਖਿਦਮਤ ਇਨਸਾਨੀਅਤ ਦਾ ਕਾਰਵਾਂ। ਔਰ ਅਸੀਂ ਅਲਹਮਦੁਲਿਲਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਬੰਦੇ ਤੱਕ ਪਹੁੰਚੀਏ। ਲੇਕਿਨ ਇਹ ਵੇ ਚੂੰਕਿ ਸਾਡਾ ਜਿਹੜਾ ਕਾਰਵਾਂ ਸੀ ਕਾਫੀ ਸਾਰਾ ਮੁਤਾਸਰ ਰਹਿੰਦੇ ਆ ਫੰਡ ਦੀ ਕਮੀ ਤੋਂ। ਇਹਨਾਂ ਦਾ ਸਭ ਤੋਂ ਪਹਿਲੇ ਤੇ ਜਿਹੜਾ ਉਹ ਇਲਾਜ, ਇਹਨਾਂ ਨੂੰ ਪੈਰਾਂ ਤੇ ਖਲੋਣਾ ਜਿਹੜਾ ਇਹਨਾਂ ਦਾ ਜ਼ਰੂਰੀ ਹੈ। ਇਨਸ਼ਾਅੱਲਾ ਬਫਜ਼ਲ ਖੁਦਾ ਦੀ ਫਿਲਫੋਰ ਇਹਨਾਂ ਦੇ ਰਾਸ਼ਨ ਦਾ ਜਿਹੜਾ ਅਸੀਂ ਬੰਦੋਬਸਤ ਕਰਾਂਗੇ ਕਿ ਇਹਨਾਂ ਨੂੰ ਰਾਸ਼ਨ ਮਿਲੇ ਤਾਂ ਕਿ ਕਮ ਸੇ ਕਮ ਇਹਨਾਂ ਦੇ ਘਰ ਦਾ ਚੁੱਲ੍ਹਾ ਜਿਹੜਾ ਉਹ ਬਲ ਸਕੇ। ਮੈਂ ਇਹਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਇਨਸ਼ਾਅੱਲਾ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।